हाँ जी स्टूडेंट्स, लास्ट टाइम ਤੁਹਾਡੇ ਨਾਲ ਜੋ ਟੌਪਿਕ ਡਿਸਕਸ ਕੀਤਾ ਸੀ ਉਹ ਸੀ ਡਿਫਰੈਂਸਸ ਬਿਟਵੀਨ ਓਸਮੋਸਿਸ ਐਂਡ ਡਿਫਿਊਜ਼ਨ। ਆਈ ਹੋਪ ਕਿ ਪੜ੍ਹ ਲਿਆ ਹੋਵੇਗਾ ਤੁਸੀਂ ਚੰਗੀ ਤਰ੍ਹਾਂ। ਤੇ ਇਸ ਤੋਂ ਬਾਅਦ ਜੋ ਨੈਕਸਟ ਟੌਪਿਕ ਆਪਾਂ ਡਿਸਕਸ ਕਰਨ ਜਾ ਰਹੇ ਹਾਂ ਹੁਣ, ਇਹ ਹੈ ਫੋਰਥ ਕੋਲੀਗੇਟਿਵ ਪ੍ਰੋਪਰਟੀ ਜੋ ਇੱਕ ਰਹਿ ਗਈ ਸੀ, ਦੈਟ ਇਜ਼ ਓਸਮੋਟਿਕ ਪ੍ਰੈਸ਼ਰ। ਇੱਕ ਪੁਆਇੰਟ ਤੁਸੀਂ ਪੜ੍ਹਿਆ ਸੀ ਓਸਮੋਸਿਸ ਦੇ ਵਿੱਚ ਕਿ ਓਸਮੋਸਿਸ ਦੀ ਪ੍ਰੋਸੈਸ ਜੋ ਹੈ ਇਟ ਕੈਨ ਬੀ ਰਿਵਰਸਡ ਔਰ ਸਟਾਪਡ ਬਾਈ ਅਪਲਾਈਂਗ ਹਾਇਰ ਪ੍ਰੈਸ਼ਰ। ਸੋ ਜੋ ਹਾਇਰ ਪ੍ਰੈਸ਼ਰ ਅਪਲਾਈ ਕਰਕੇ ਓਸਮੋਸਿਸ ਦੀ ਪ੍ਰੋਸੈਸ ਨੂੰ ਰਿਵਰਸ ਕੀਤਾ ਜਾ ਸਕਦਾ ਜਾਂ ਰੋਕਿਆ ਜਾ ਸਕਦਾ, ਉਸ ਪ੍ਰੈਸ਼ਰ ਨੂੰ ਹੀ ਓਸਮੋਟਿਕ ਪ੍ਰੈਸ਼ਰ ਦਾ ਨਾਮ ਦਿੱਤਾ ਜਾਂਦਾ। ਸੋ ਇਹ ਟੌਪਿਕ ਆਪਾਂ ਇੱਥੇ ਅੱਜ ਡਿਸਕਸ ਕਰਾਂਗੇ। ਦ ਐਕਸੈਸ ਪ੍ਰੈਸ਼ਰ which must be applied to a solution to prevent the passage of solvent into it through a semi-permeable membrane is called osmotic pressure। ਉਹ ਐਕਸਟਰਾ ਪ੍ਰੈਸ਼ਰ ਜੋ ਕਿ ਸੋਲਿਊਸ਼ਨ ਦੇ ਉੱਤੇ ਅਪਲਾਈ ਕਰਕੇ ਉਸ ਦੇ ਵਿੱਚੋਂ ਸੋਲਵੈਂਟ ਨੂੰ ਵਾਪਸ ਜੋ ਹੈ ਭੇਜਣ ਦੇ ਲਈ ਜਾਂ ਸੋਲਵੈਂਟ ਦੇ ਜੋ ਫਲੋ ਹੈ ਉਸ ਨੂੰ ਰੋਕਣ ਦੇ ਲਈ ਜੋ ਪ੍ਰੈਸ਼ਰ ਅਪਲਾਈ ਕੀਤਾ ਜਾਂਦਾ ਹੈ ਇੱਕ ਸੈਮੀ ਪਰਮੀਏਬਲ ਮੈਂਬਰੇਨ ਦੇ ਥਰੂ, ਉਸ ਪ੍ਰੈਸ਼ਰ ਨੂੰ ਓਸਮੋਟਿਕ ਪ੍ਰੈਸ਼ਰ ਦਾ ਨਾਮ ਦਿੱਤਾ ਜਾਂਦਾ ਹੈ। ਆ ਜੋ ਓਸਮੋਸਿਸ ਦੀ ਪ੍ਰੋਸੈਸ ਤੁਸੀਂ ਕੀਤੀ ਸੀ ਕਿ ਜੇਕਰ ਆ ਸਾਡੇ ਕੋਲ ਇੱਕ ਕੰਟੇਨਰ ਹੈ ਜਿਸ ਦੇ ਵਿੱਚ ਆ ਸੈਮੀ ਪਰਮੀਏਬਲ ਮੈਂਬਰੇਨ ਲੱਗੀ ਹੋਈ ਹੈ, ਜੇਕਰ ਇੱਥੇ ਜੋ ਕੰਟੇਨਰ ਹੈ ਇਹਦੇ ਵਿੱਚ ਇੱਕ ਪਿਸਟਨ ਲਗਾ ਕੇ ਉੱਪਰੋਂ ਨੀਚੇ ਨੂੰ ਇਹਨੂੰ ਪ੍ਰੈਸ ਕਰਨਾ ਸ਼ੁਰੂ ਕਰ ਦਿੱਤਾ ਜਾਵੇ ਤਾਂ ਪ੍ਰੈਸ ਕਰਕੇ ਹੌਲੀ ਹੌਲੀ ਜੋ ਇਸ ਪਾਸੇ ਸੋਲਵੈਂਟ ਹੈ ਉਹ ਇਸ ਸੈਮੀ ਪਰਮੀਏਬਲ ਮੈਂਬਰੇਨ ਦੇ ਥਰੂ ਬਾਹਰ ਆਉਣਾ ਸ਼ੁਰੂ ਹੋ ਜਾਂਦਾ ਹੈ ਮੁੜ ਕੇ ਫਿਰ ਇਹਦੇ ਵਿੱਚ ਕੰਟੇਨਰ ਦੇ ਵਿੱਚ। ਸੋ ਜੋ ਫਿਰ ਉਹ ਐਕਸਟਰਾ ਪ੍ਰੈਸ਼ਰ ਲਗਾਇਆ ਜਾਂਦਾ ਹੈ ਉਸ ਪ੍ਰੈਸ਼ਰ ਨੂੰ ਹੀ ਓਸਮੋਟਿਕ ਪ੍ਰੈਸ਼ਰ ਦਾ ਨਾਮ ਦਿੱਤਾ ਜਾਂਦਾ ਹੈ। ਤੇ ਜੋ ਓਸਮੋਟਿਕ ਪ੍ਰੈਸ਼ਰ ਹੈ ਇਹਨੂੰ ਡਿਨੋਟ ਕੀਤਾ ਜਾਂਦਾ ਹੈ ਪਾਈ ਦੇ ਨਾਲ। ਪਾਈ ਜਿਹਦੇ ਬਾਰੇ ਆਪਾਂ ਪਹਿਲਾਂ ਵੀ ਜੋ ਮੈਥ ਦੇ ਵਿੱਚ ਪੜ੍ਹਦੇ ਹਾਂ ਟਰਮ ਪਾਈ, ਉਹਦੇ ਨਾਲ ਹੀ ਇਹਨੂੰ ਡਿਨੋਟ ਕੀਤਾ ਜਾਂਦਾ। ਤੇ ਹੁਣ ਓਸਮੋਟਿਕ ਪ੍ਰੈਸ਼ਰ ਦੇ ਬਾਰੇ ਨੈਕਸਟ ਆਪਾਂ ਡਿਸਕਸ ਕਰਾਂਗੇ। ਇਨ 1887 ਇਸੇ ਤਰ੍ਹਾਂ ਹੀ ਇਹ ਡੈਰੀਵੇਸ਼ਨ ਹੈ ਕਿ ਡਾਇਰੈਕਟਲੀ ਸਾਨੂੰ ਦਿੱਤਾ ਹੋਇਆ ਕਿ ਜੋ ਓਸਮੋਟਿਕ ਪ੍ਰੈਸ਼ਰ ਹੈ ਇਹ ਕਿਸ ਚੀਜ਼ ਦੇ ਬਰਾਬਰ ਹੈ। ਇਸ ਦੇ ਲਈ ਕੋਈ ਮੈਥੇਮੈਟੀਕਲ ਜੋ ਡੈਰੀਵੇਸ਼ਨ ਹੈ ਉਹ ਨਹੀਂ ਇੱਥੇ ਕੋਈ ਕੀਤੀ ਜਾਂਦੀ, ਡਾਇਰੈਕਟ ਸਾਨੂੰ ਗਿਵਨ ਹੁੰਦਾ ਇਹ। ਇਨ 1887 ਅ ਸਾਇੰਟਿਸਟ ਵੈਂਟ ਹੌਫ ਇੱਕ ਸਾਇੰਟਿਸਟ ਸੀ, ਮੇਡ ਏ ਥੋਰੋ ਸਟੱਡੀ ਆਫ ਓਸਮੋਟਿਕ ਪ੍ਰੈਸ਼ਰ ਆਫ ਡਿਲਿਊਟ ਔਰ ਆਈਡੀਅਲ ਸੋਲਿਊਸ਼ਨਸ। ਵੈਂਟ ਹੌਫ ਨੇ 1887 ਦੇ ਵਿੱਚ ਇੱਕ ਕਾਫੀ ਸਟੱਡੀ ਕੀਤੀ ਆਈਡੀਅਲ ਸੋਲਿਊਸ਼ਨਸ ਦੇ ਬਾਰੇ ਜਾਂ ਫਿਰ ਡਿਲਿਊਟ ਸੋਲਿਊਸ਼ਨਸ ਜਿਹੜੇ ਨੇ ਉਹਨਾਂ ਦੇ ਓਸਮੋਟਿਕ ਪ੍ਰੈਸ਼ਰ ਦੇ ਬਾਰੇ। ਹੀ ਕਨਕਲੂਡਡ ਦੈਟ ਦ ਡਿਲਿਊਟ ਸੋਲਿਊਸ਼ਨਸ ਬਿਹੇਵ ਲਾਈਕ ਐਨ ਆਈਡੀਅਲ ਗੈਸ। ਤੇ ਉਸਨੇ ਇਹ ਚੀਜ਼ ਸਿੱਟਾ ਕੱਢਿਆ ਕਿ ਜੋ ਡਿਲਿਊਟ ਸੋਲਿਊਸ਼ਨ ਹੁੰਦੇ ਆ ਉਹ ਆਈਡੀਅਲ ਗੈਸਸ ਦੀ ਤਰ੍ਹਾਂ ਬਿਹੇਵ ਕਰਦੇ ਆ, ਕਿਉਂਕਿ ਜੋ ਡਿਲਿਊਟ ਸੋਲਿਊਸ਼ਨ ਹੈ ਇਟ ਮੀਨਸ ਉਹਨਾਂ ਦੇ ਵਿੱਚ ਸੋਲਿਊਟ ਦੀ ਅਮਾਊਂਟ ਬੜੀ ਘੱਟ ਹੁੰਦੀ ਹੈ। ਐਂਡ ਫॉर ਡਿਲਿਊਟ ਸੋਲਿਊਸ਼ਨਸ ਦ ਓਸਮੋਟਿਕ ਪ੍ਰੈਸ਼ਰ ਇਜ਼ ਗਿਵਨ ਬਾਈ ਦ ਰਿਲੇਸ਼ਨ। ਤੇ ਡਿਲਿਊਟ ਸੋਲਿਊਸ਼ਨਸ ਦੇ ਲਈ ਉਹਨੇ ਫਿਰ ਇੱਕ ਰਿਲੇਸ਼ਨ ਜੋ ਹੈ ਇਹ ਦਿੱਤਾ ਸੀ ਓਸਮੋਟਿਕ ਪ੍ਰੈਸ਼ਰ ਦਾ, ਪਾਈ ਇਜ਼ ਇਕੁਅਲ ਟੂ CRT, ਵੇਅਰ ਪਾਈ ਇਜ਼ ਓਸਮੋਟਿਕ ਪ੍ਰੈਸ਼ਰ, C ਇਜ਼ ਮੋਲਰ ਕੰਸਨਟ੍ਰੇਸ਼ਨ ਜਿਹਨੂੰ ਮੋਲੈਰਿਟੀ ਵੀ ਕਹਿੰਦੇ ਆ, R ਇਜ਼ ਗੈਸ ਕਾਂਸਟੈਂਟ। ਤੇ R ਦੀ ਜੋ ਵੈਲਿਊ ਹੈ ਉਹ +1 ਦੇ ਵਿੱਚ ਵੀ ਆਪਾਂ ਪੜ੍ਹੀ ਹੈ, R ਇਜ਼ 8.314 ਜਾਊਲ ਪਰ ਕੈਲਵਿਨ ਪਰ ਮੋਲ। T ਇਜ਼ ਦਾ ਟੈਂਪਰੇਚਰ। ਤੇ ਜੇਕਰ ਇਹ ਟੈਂਪਰੇਚਰ ਗਿਵਨ ਹੋ ਜਾਵੇ, R ਪਹਿਲਾਂ ਹੀ ਕਾਂਸਟੈਂਟ ਹੁੰਦਾ ਹੈ, ਤਾਂ ਫਿਰ ਉਸ ਸਮੇਂ ਇੱਕ ਰਿਲੇਸ਼ਨ ਬਣਦਾ ਹੈ ਇੱਥੇ ਸਾਡੇ ਕੋਲ ਫॉर ਏ ਸੋਲਿਊਸ਼ਨ ਐਟ ਏ ਗਿਵਨ ਟੈਂਪਰੇਚਰ। ਕਿਸੇ ਗਿਵਨ ਟੈਂਪਰੇਚਰ ਦੇ ਉੱਤੇ ਬੋਥ R ਐਂਡ T ਆਰ ਕਾਂਸਟੈਂਟਸ, ਕਿ R ਤੇ T ਤਾਂ ਕਾਂਸਟੈਂਟ ਹੋ ਗਏ। ਤੇ ਫਿਰ ਇਹ ਜੋ ਇਕੁਏਸ਼ਨ ਨੰਬਰ 1 ਹੈ ਇਹ ਹੋ ਜਾਂਦਾ ਪਾਈ ਇਜ਼ ਡਾਇਰੈਕਟਲੀ ਪ੍ਰਪੋਰਸ਼ਨਲ ਟੂ C। ਮੀਨਸ ਇਹ ਦੋਨੋਂ ਵੈਲਿਊਜ਼ ਕਾਂਸਟੈਂਟ ਨੇ, ਤਾਂ ਇਹਦਾ ਮਤਲਬ ਕਿ ਪਾਈ ਦੀ ਜੋ ਵੈਲਿਊ ਹੈ ਸਿਰਫ ਔਰ ਸਿਰਫ ਮੋਲਰ ਕੰਸਨਟ੍ਰੇਸ਼ਨ ਜਿਹਨੂੰ ਮੋਲੈਰਿਟੀ ਕਹਿੰਦੇ ਆ ਉਸ 'ਤੇ ਡਿਪੈਂਡ ਕਰਦੇ ਆ। ਸੋ ਇਹਨੂੰ ਇਕੁਏਸ਼ਨ ਨੰਬਰ 2 ਇੱਥੇ ਲੈ ਲਿਆ। ਇਸ ਤੋਂ ਬਾਅਦ ਨੈਕਸਟ ਹੈ ਸਾਡੇ ਕੋਲ ਟੌਪਿਕ ਕਿ ਇਕੁਏਸ਼ਨ ਨੰਬਰ 2 ਤੋਂ ਸਾਨੂੰ ਪਤਾ ਚੱਲਦਾ ਹੈ ਫਰੋਮ ਇਕੁਏਸ਼ਨ 2 ਇਟ ਇਜ਼ ਅਬਜ਼ਰਵਡ ਦੈਟ ਦ ਓਸਮੋਟਿਕ ਪ੍ਰੈਸ਼ਰ ਡਿਪੈਂਡਸ ਅਪੋਨ ਦ ਮੋਲਰ ਕੰਸਨਟ੍ਰੇਸ਼ਨ। ਇਕੁਏਸ਼ਨ ਨੰਬਰ 2 'ਚ ਦੇਖ ਲਿਆ ਕਿ ਪਾਈ ਇਜ਼ ਡਾਇਰੈਕਟਲੀ ਪ੍ਰਪੋਰਸ਼ਨਲ ਟੂ C, ਕਿ ਜੋ ਮੋਲਰ ਕੰਸਨਟ੍ਰੇਸ਼ਨ ਹੈ ਉਸ 'ਤੇ ਹੀ ਓਸਮੋਟਿਕ ਪ੍ਰੈਸ਼ਰ ਡਿਪੈਂਡ ਕਰਦਾ ਹੈ, ਵਿਚ ਡਿਪੈਂਡਸ ਅਪੋਨ ਦ ਨੰਬਰ ਆਫ ਮੋਲਸ ਆਫ ਸੋਲਿਊਟ। ਤੇ ਪਤਾ ਹੈ ਸਾਨੂੰ ਕਿ ਮੋਲਰ ਕੰਸਨਟ੍ਰੇਸ਼ਨ ਜੋ ਮੋਲੈਰਿਟੀ ਹੁੰਦੀ ਹੈ ਉਹ ਨੰਬਰ ਆਫ ਮੋਲਸ ਆਫ ਸੋਲਿਊਟ 'ਤੇ ਡਿਪੈਂਡ ਕਰਦੀ ਹੈ। ਦੇਅਰਫੋਰ ਓਸਮੋਟਿਕ ਪ੍ਰੈਸ਼ਰ ਇਜ਼ ਏ ਕੋਲੀਗੇਟਿਵ ਪ੍ਰੋਪਰਟੀ। ਇਹੀ ਚੀਜ਼ ਆਪਾਂ ਹੁਣ ਤੱਕ ਡਿਸਕਸ ਕਰਦੇ ਆਏ ਹਾਂ ਕਿ ਉਹ ਹਰ ਇੱਕ ਸਬਸਟੈਂਸ ਜੋ ਨੰਬਰ ਆਫ ਮੋਲਸ ਆਫ ਸੋਲਿਊਟ 'ਤੇ ਡਿਪੈਂਡ ਕਰਦੀ ਹੈ ਉਸ ਨੂੰ ਕੋਲੀਗੇਟਿਵ ਪ੍ਰੋਪਰਟੀ ਦਾ ਨਾਮ ਦਿੱਤਾ ਜਾਂਦਾ ਹੈ। ਸੋ ਇਹ ਹੈ ਫੋਰਥ ਕੋਲੀਗੇਟਿਵ ਪ੍ਰੋਪਰਟੀ ਦੈਟ ਇਜ਼ ਓਸਮੋਟਿਕ ਪ੍ਰੈਸ਼ਰ। ਤੇ ਇਸ 'ਤੇ ਬੇਸਡ ਹੁਣ ਆਪਾਂ ਮੋਲਰ ਮਾਸ ਜੋ ਹੈ ਉਹ ਇੱਥੇ ਡਿਸਕਸ ਕਰਾਂਗੇ, ਡਿਟਰਮੀਨੇਸ਼ਨ ਆਫ ਮੋਲਰ ਮਾਸ ਫਰੋਮ ਓਸਮੋਟਿਕ ਪ੍ਰੈਸ਼ਰ। ਸੋ ਉਹੀ ਇਕੁਏਸ਼ਨ ਜੋ ਵੈਂਟ ਹੌਫ ਨੇ ਦਿੱਤੀ ਸੀ ਉਹ ਆਪਾਂ ਲੈ ਲਈ ਇੱਥੇ, ਪਾਈ ਇਜ਼ ਇਕੁਅਲ ਟੂ CRT।
सी जो है मोलैरिटी है, मोलैरिटी ऑफ सोल्यूशन। तो मोलैरिटी जो है उसकी डेरीवेशन आप इत्थे हुण डिस्कस करांगे। लेट अस अज्यूम दैट WB इज़ द वेट ऑफ द सल्यूट एंड MB इज़ द मोलर मास ऑफ द सल्यूट। वी नो दैट मोलैरिटी का जो रिलेशन है वो आप लिख लिया, C इज़ इक्वल टू नंबर ऑफ मोल्स ऑफ सल्यूट ओवर वॉल्यूम ऑफ सोल्यूशन इन मिलीलीटरस इंटू 1000। नंबर ऑफ मोल्स होंगे गिवन मास अपॉन मोलर मास। गिवन मास सल्यूट का ले लिया सी आपां WB तो मोलर मास ले लिया आपां MB। तो इत्थे फिर मोलैरिटी की जो वैल्यू है C इज़ इक्वल टू WB अपॉन MB अपॉन V जेकर आपां लीटरस दे विच लै लईए, जे मिली लीटरस दे विच लै लईए तो आपां नाल 1000 भी लिख लैंदे आ। सो इट इज़ इक्वल टू WB अपॉन V इंटू MB नीचे आ गया इत्थे असीं साडे कोल, ते यही C की वैल्यू जो है आपां इस इक्वेशन नंबर 1 दे विच पुट कर दिंदे आ। ते इत्थे पाई इज़ इक्वल टू WB अपॉन MB इंटू V ते नाल RT जो साडे कोल इक्वेशन नंबर 1 दे विच पहलां सी। सो इत्थे MB जो है ये कैलकुलेट करना आपां, MB इस पासे लै गए तो पाई नीचे आ गया। सो MB इज़ इक्वल टू WB इंटू RT अपॉन पाई इंटू V। सो ये रिलेशन है जिस रिलेशन के द्वारा आपां मोलर मास जो है वो कैलकुलेट कर सकते हैं किसी भी सल्यूट का विद द हैल्प ऑफ ऑस्मोटिक प्रैशर। सो ये 4th कोलीगेटिव प्रॉपर्टी सी। तो इस ते बेस्ड जो नुमैरिकल है वो आपां नैक्सट वीडियो दे विच डिस्कस करांगे। तो अज तुसीं ये कोलीगेटिव प्रॉपर्टी देख लेना, जेकर कोई प्रॉब्लम आवे तो यू कैन आस्क। थैंक यू।